ਜਥੇਦਾਰ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਵੱਡਾ ਹੁਕਮ ਜਾਰੀ ਕੀਤਾ ਗਿਆ ਹੈ। ਦੱਸ ਦਈਏ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਹੋ ਚੁੱਕੇ ਨੇ। ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਲੈ ਕੇ ਹੁਕਮ ਜਾਰੀ ਹੋਏ ਨੇ। ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਣ ਦੇ ਹੁਕਮ ਨੇ। ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਮੰਗੇ ਮਾਫੀ ਢੱਡਰੀਆਂ ਵਾਲਾ। जी हाँ, ਜਦੋਂ ਤੱਕ ਮਾਫੀ नहीं ਮੰਗਦਾ ਤਾਂ ਸਮਾਗਮ नहीं ਹੋਣਗੇ। इस खबर से ज़्यादा जानकारी के नाल न्यूज़ रूम तो राजनीतिक संपादक नवनीत सिंह वधवा मेरे नाल जुड़ चुके हैं ते अमृतसर तो मेरे सहयोगी मनजिंदर सिंह। मनजिंदर, पहला तुहाडे कोल आवांगे, तमाम जानकारी चाहते हैं कि किस कदर हुण हुक्म जो ने वो पेश होण दे जारी हुए ने। जी सब तो जो 267 ਸਰੂਪਾਂ ਦਾ ਹੈਗਾ ਵਾ ਉਹਦੇ ਉੱਤੇ ਵੀ ਮਾਮਲਾ ਦਰਜ ਕੀਤਾ। ਸਭ ਤੋਂ ਵੱਡੀ ਗੱਲ ਆਏਗੀ ਜਿਹੜਾ ਆਪਾਂ ਬਾਰ-ਬਾਰ ਕਹਿ ਰਹੇ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਕੀਤੇ ਜਾਓਗੇ, ਉਹਦਾ ਗੁਰਨੀਤ ਸਿੰਘ ਦੇ ਬਿਆਨ ਤੇ ਕਰਨ ਦੇ ਢੱਡਰੀਆਂ ਵਾਲੇ ਰਖਾਵ ਸਖਤ ਫੈਸਲਾ ਲਿਆ ਕਿ ਢੱਡਰੀਆਂ ਵਾਲੇ ਸਮਾਗਮ ਲਈ ਕੋਈ ਵੀ ਮੁਕੰਮਲ ਪ੍ਰਬੰਧ ਨਹੀਂ ਹੋਣਗੇ। ਦੇਸ਼ ਵਿਦੇਸ਼ਾਂ ਦੇ ਵਿੱਚ ਸੰਗਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿੱਤੇ ਆਦੇਸ਼ਾਂ ਦੇ ਚੱਲਣਗੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਮਾਫੀ ਮੰਗੇ ਤੇ ਫਿਰ ਉੱਤੇ ਸਮਾਗਮ ਕਰ ਸਕਦਾ ਹੈ। ਫਿਰ ਸੁੱਚਾ ਸਿੰਘ ਲੰਗਾ ਚੀਫ ਖਾਲਸਾ ਦੀਵਾਨ ਪ੍ਰਧਾਨ 18/17 ਨੂੰ ਫਾਰਮ ਦੀ ਕੀਤੀ ਜਾਊਗੀ। ਇਹਦੇ ਵਿੱਚ ਅਹਿਮ ਫੈਸਲੇ ਲਿੱਤੇ ਆ ਕਿ ਹਰ ਇੱਕ ਫੈਸਲਾ ਜਿਹੜਾ ਲਿੱਤਾ ਗਿਆ 267 ਸਰੂਪਾਂ ਨੂੰ ਵੀ ਲੈ ਕੇ ਜਿਹੜੇ ਅੱਜ ਹੋਰ ਲਿੱਤੇ ਗਏ ਆ ਕਿ ਸਾਬਕਾ ਜਥੇਦਾਰ ਸ਼੍ਰੀ ਅਕਾਲ ਹਰਮਿੰਦਰ ਸਿੰਘ ਜੀ ਪਟਨਾ ਵਾਲੇ ਸਾਹਿਬ ਗਿਆਨੀ ਇਕਬਾਲ ਸਿੰਘ ਵੱਲੋਂ ਜੋ ਤੇ ਦਿੱਤੇ ਗਏ ਬਿਆਨ ਨਾਲ ਯਤਨ ਕੀਤਾ ਜਾ ਰਿਹਾ ਤੇ ਫਿਰ ਸ਼੍ਰੋਮਣੀ ਕਮੇਟੀ ਦੇ ਕਮੇਟੀ 2016 ਵਿੱਚ ਮੁੱਖ ਸਕੱਤਰ ਹਰਚੀਤ ਸਿੰਘ ਖਾਲਸਾ ਸ਼੍ਰੀ ਅਕਾਲ ਤਖਤ ਸਾਹਿਬ ਵਿੱਚ ਪੇਸ਼ ਹੋਣ ਦੀ ਆਦੇਸ਼ ਕੀਤੇ ਗਏ ਨੇ ਤੇ ਜਾਂਚ ਕਮੇਟੀ ਦੀ ਰਿਪੋਰਟ ਅਨੁਸਾਰ ਸੁਪਰ ਸੰਬੰਧੀ ਰਿਕਾਰਡ ਦੀ ਕੀਤੀ ਗਈ ਛੇੜਛਾੜੀ ਤੇ ਕੀਤਾ ਗਿਆ ਹੈ। ਸਿੱਖ ਇੱਕ ਵੱਖਰੀ ਕੌਮ ਹੈ ਅਤੇ ਰਹੇਗੀ। ਰਿਕਾਰਡ 2015 ਤੇ 2067 ਜਿਹੜੇ ਨਹੀਂ 328 ਸਰੂਪ ਘੱਟ ਹੋਏ ਹਨ ਤੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਕੀਤਾ ਗਿਆ ਪ੍ਰੈਸ ਨੋਟ ਭਾਈ ਹਰਜਿੰਦਰ ਸਿੰਘ ਨਰਵੈਲ ਸਿੰਘ ਖਾਲਸਾ ਸਮਾਗਮ ਲਈ ਖਾਸ ਪ੍ਰਬੰਧ ਕੀਤੇ ਗਏ ਨੇ। ठीक है। ਤੇ ਹੋਰ ਜਿਹੜੇ ਕੀਤੇ ਗਏ ਨੇ ਪਿਛਲੇ ਦਿਨ ਗੁਰਦੁਆਰਾ ठीक है मनजिंदर। नवनीत जी, फिर तो एक बार सुर्खियां दे विच आ चुके ने रणजीत सिंह ढੱਡਰੀਆਂ वाला और बाकायदा श्री अकाल तख्त साहब विखे पेश होकर माफ़ी मंगण की गल आखी गई। हालांकि इस तो पहला भी कई बार उन्होंने पेश होने के हुक्म जो ने वो जारी हो चुके हैं। देखो बिल्कुल अज पंच सिंह साहिबाना की मीटिंग हुई है मनप्रीत, और खास तौर पर जो गल करिए मैं एक एक करके सारी जानकारी दे देना क्योंकि सारे ही मसलों पर चर्चा हुई है। पर ਜਿਹੜਾ ਮੁੱਖ ਮਸਲਾ ਅੱਜ ਦਾ ਸੀਗਾ ਮੀਟਿੰਗ ਦੇ ਵਿੱਚ ਚਰਚਾ ਦਾ ਉਹ ਸੀਗਾ ਜਿਹੜੇ ਕਿ ਪਾਵਨ ਸਰੂਪ ਗੁੰਮ ਹੋਏ ਨੇ। ਸੋ ਉਹਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਜੋ ਕਮੇਟੀ ਬਣਾਈ ਗਈ ਸੀ ਉਸ ਕਮੇਟੀ ਦੀ ਰਿਪੋਰਟ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਕੋਲ ਪਹੁੰਚੀ ਜਿਸ ਤੇ ਅੱਜ ਚਰਚਾ ਕੀਤੀ ਗਈ ਹੈ ਔਰ ਉਹਦੇ 'ਚ ਸਾਹਮਣੇ ਆਇਆ ਹੈ ਕਿ ਜਿੰਨੇ ਸਰੂਪ ਸੀਗੇ ਉਹਨਾਂ ਨੂੰ ਮੇਨਟੇਨ ਕਰਨ ਦੇ ਵਿੱਚ ਯਾਨੀ ਕਿ ਉਹ ਅੰਕੜਿਆਂ ਦੇ ਵਿੱਚ ਕਿਤੇ ਗੜਬੜ ਹੋਈ ਹੈ और वो ऐसे करके गड़बड़ हुई है ਜਿਹੜੇ कुछ मुलाजमा वालों चाहे वो SGPC ਦੇ ਨੇ ਜਾਂ ਹੋਰ ਨੇ ਉਹਨਾਂ ਵੱਲੋਂ ਕੀਤੀ ਗਈ ਹੈ ਕਿ ਬਿਨਾ ਬਿੱਲ ਦੇ ਉਹ ਸਰੂਪ ਕਿਤੇ ਸੰਗਤਾਂ ਨੂੰ ਵੇਚੇ ਗਏ ਨੇ। ਸੋ ਉਸ ਨੂੰ ਲੈ ਕੇ ਇਹ ਚਰਚਾ ਜਿਹੜੀ ਅੱਜ ਦੀ ਮੀਟਿੰਗ ਦੇ ਵਿੱਚ ਹੋਈ ਹੈ ਜਿਸ ਤੋਂ ਬਾਅਦ ਪੰਜ ਸਿੰਘ ਸਾਹਿਬਾਨਾਂ ਵੱਲੋਂ ਇੱਕ ਹੁਕਮ ਦਿੱਤਾ ਗਿਆ ਹੈ ਕਿ ਇਹ ਬਹੁਤ ਵੱਡੀ ਲਾਪਰਵਾਹੀ ਹੈ ਔਰ ਰਿਪੋਰਟ ਨੂੰ ਵਿਚਾਰਨ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦਿੱਤਾ ਹੈ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ शॉर्ट नोटिस ते अंतरिम कमेटी की मीटिंग सद के रिपोर्ट विच दोषी पाए गए कर्मचारियों अधिकारियों खिलाफ बनती कार्रवाई की जाए। पावन स्वरूपों के गुम होने के मामले दे विच जथेदार साहब ने बड़े सीधे तौर पर SGPC को कहता कि हफ्ते के अंदर अंदर अंतरिम कमेटी की मीटिंग सदो और जोड़े मुलाजम ते अफसर दोषी ने उनके खिलाफ बनती कार्रवाई की जाए। एक दूजा वड्डा मसला आंदा है कि जो रणजीत सिंह ढੱਡਰੀਆਂ वाले का उस नूं लैके बड़े साफ शब्दों के जथेदार यानी हरप्रीत सिंह होरां ने जानकारी देंदे हुए इस पूरे प्रैस नोट के पंच सिंह साहिबाना दे जो जिक्र किया गया कि भाई रणजीत सिंह ढੱਡਰੀਆਂ वाले वालों बोले कथना के संबंध में पड़ताल लई बनाई विद्वानां की सब कमेटी की पुजी रिपोर्ट अनुसार इसने गुरमत प्रति कुछ गलत बयानियां कीतियां ने अते ये इन्हां कथना संबंधी स्पष्टीकरण देण तो भी इनकारी होया नहीं पहुंचा। पहला भी सद्या गया सी पर नहीं गया। इस संबंधी श्री अकाल तखत साहिब विखे पंच सिंह साहिबाना की इकत्रता विच विचार करन उपरंत फैसला होया कि गुरु ग्रंथ गुरु पंथ नूं समर्पित ते परंपरावां की राखी लई वचनबद्ध देश विदेश दीआं सिख संगतां संस्थावां ते गुरुद्वारा प्रबंधकां नूं आदेश किया जाता है कि जिन्ना चिर ये अपनी गलत बयानी लई श्री अकाल तखत साहब ते पेश होके माफी नहीं मंगता उन्ना चिर तक इस दे समागम ना करवाए जान। अगे यह भी किया गया है कि जेकर कोई समागम कराउंदा है तां उत्थे होई अणसुखावी घटना दे लई ओ आप जिम्मेवार होएगा।
ਨਾ ਇਸ ਨੂੰ ਸੁਣਿਆ ਜਾਵੇ ਤੇ ਨਾ ਹੀ ਇਸ ਦੀਆਂ ਵੀਡੀਓ ਆਦ ਅੱਗੇ ਸ਼ੇਅਰ ਕੀਤੀਆਂ ਜਾਣ। ਜੇਕਰ ਅਜੇ ਵੀ ਇਹ ਬਾਜ ਨਹੀਂ ਆਇਆ ਤਾਂ ਇਸ ਤੇ ਸਖਤ ਕਾਰਵਾਈ ਕੀਤੀ ਜਾਏਗੀ। ਯਾਨੀ ਕਿ ਇੱਕ ਅਲਟੀਮੇਟਮ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਕਿ ਅਜੇ ਵੀ ਸਮਾਂ ਹੈ ਜਾ ਕੇ ਮਾਫੀ ਮੰਗੀ ਜਾਏ, ਔਰ ਜੇ ਮਾਫੀ ਨਹੀਂ ਮੰਗੀ ਜਾਂਦੀ ਤਾਂ ਜੋ ਕਿਹਾ ਗਿਆ ਹੈ ਕਿ ਸਮਾਗਮ ਨਾ ਕਰਵਾਏ ਜਾਣ, ਅੱਗੇ ਸ਼ੇਅਰ ਨਾ ਕੀਤੀ ਜਾਏ, ਔਰ ਜੇ ਵੀ ਨਹੀਂ ਮੰਨਦਾ ਤੇ ਫਿਰ ਅੱਗੇ ਵੱਡੀ ਕਾਰਵਾਈ ਜਿਹੜੀ ਹੈ, ਸਖਤ ਕਾਰਵਾਈ ਜਿਹਦੇ ਚ ਲਿਖਿਆ ਗਿਆ ਹੈ ਉਹ ਕੀਤੀ ਜਾਏਗੀ। ਇਸ ਤੋਂ ਇਲਾਵਾ ਜੇ ਮਨਪ੍ਰੀਤ ਮੈਂ ਗੱਲ ਕਰਾਂ ਤੇ ਹੋਰ ਵੀ ਕਈ ਫੈਸਲੇ ਨੇ। ਚੀਫ ਖਾਲਸਾ ਦੀਵਾਨ ਨੂੰ ਲੈ ਕੇ ਫੈਸਲਾ ਹੈਗਾ। ਇਸ ਤੋਂ ਇਲਾਵਾ ਹਾਂ ਇੱਕ ਅਹਿਮ ਫੈਸਲਾ ਹੋਰ, ਸੁੱਚਾ ਸਿੰਘ ਲੰਗਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕੋਈ ਮਾਫੀ ਨਹੀਂ ਹੈ ਔਰ ਇਸ ਲਈ ਸੰਗਤਾਂ ਇਸ ਨਾਲ ਮਿਲਨ ਵਰਤਨ ਨਾ ਰੱਖਣ। ਸੋ ਜੋ ਪਿਛਲੇ ਦਿਨੀ ਸੁੱਚਾ ਸਿੰਘ ਲੰਗਾ ਦਾ ਮਸਲਾ ਸਾਹਮਣੇ ਆਇਆ ਸੀ ਕਿ ਉਹਨੂੰ ਅੰਮ੍ਰਿਤ ਸੰਚਾਰ ਕਰਾਇਆ ਗਿਆ ਔਰ ਉਹਦੇ ਵਿੱਚ ਕਈ ਲੋਕ ਜਿਹੜੇ ਸ਼ਾਮਲ ਸੀਗੇ, ਚਾਹੇ ਉਹ ਐਸਜੀਪੀਸੀ ਮੈਂਬਰ ਸੀਗੇ, ਉਹਨਾਂ ਤੇ ਬਣਦੀ ਕਾਰਵਾਈ ਕੀਤੀ ਗਈ। ਉਸ ਨੂੰ ਲੈ ਕੇ ਬੜਾ ਕਲੀਅਰ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਚ ਅੱਜ ਹੋ ਗਿਆ ਕਿ ਕੋਈ ਮਾਫੀ ਨਹੀਂ ਦਿੱਤੀ ਜਾ ਰਹੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਔਰ ਇਸ ਲਈ ਸੰਗਤਾਂ ਇਸ ਨਾਲ ਮਿਲ ਵਰਤਣ ਨਾ ਰੱਖਣ। ਠੀਕ ਉਸ ਦੇ ਨਾਲ ਜੋ ਇੱਕ ਵੱਡਾ ਬਿਆਨ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਵੱਲੋਂ ਜਦੋਂ ਰਾਮ ਮੰਦਿਰ ਦਾ ਨੀਂਹ ਪੱਥਰ ਅਯੋਧਿਆ ਵਿਖੇ ਰੱਖਿਆ ਗਿਆ ਤੇ ਇੱਕ ਵੱਡਾ ਬਿਆਨ ਦਿੱਤਾ ਗਿਆ ਸੀ, ਉਸ ਨੂੰ ਲੈ ਕੇ ਵੀ ਅੱਜ ਚਰਚਾ ਹੋਈ ਹੈ ਔਰ ਉਹਦੇ ਚ ਨਿਕਲ ਕੇ ਆਇਆ ਹੈ ਕਿ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਅਯੋਧਿਆ ਵਿਖੇ ਸਮਾਗਮ ਵਿੱਚ ਚੱਲ ਰਹੇ ਦਿੱਤੇ ਬਿਆਨ ਨਾਲ ਅਸਹਿਮਤੀ ਜਤਾਉਂਦਿਆਂ ਇਹ ਕਿਹਾ ਕਿ ਸਿੱਖ ਇੱਕ ਵੱਖਰੀ ਕੌਮ ਸੀ, ਹੈ ਤੇ ਰਹੇਗੀ। ਇਸ ਲਈ ਸਿੱਖਾਂ ਨੂੰ ਕਿਸੇ ਕੋਲੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਉਹਨਾਂ ਨੇ ਜਿਹੜੀ ਗੱਲ ਕਹੀ ਸੀ ਕਿ ਸਿੱਖ ਜਿਹੜੇ ਨੇ ਲਵ ਕੁਸ਼ ਦੇ ਵੰਸ਼ਜ ਨੇ, ਅਸੀਂ ਹਿੰਦੂ ਆ, ਜੋ ਵੀ ਉਹਨਾਂ ਨੇ ਬਿਆਨ ਦਿੱਤਾ ਸੀ ਉਸ ਨੂੰ ਲੈ ਕੇ ਕਹਿਤਾ ਕਿ ਸਿੱਖ ਇੱਕ ਵੱਖਰੀ ਕੌਮ ਹੈ ਤੇ ਰਹੇਗੀ, ਪਹਿਲਾਂ ਵੀ ਸੀ ਔਰ ਕਿਸੇ ਦੇ ਸਰਟੀਫਿਕੇਟ ਲਈ ਲੋੜ ਨਹੀਂ। ਯਾਨੀ ਕਿ ਜਥੇਦਾਰ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਦੇ ਬਿਆਨ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਗਿਆ ਅੱਜ ਦੀ ਇਸ ਮੀਟਿੰਗ ਦੇ ਵਿੱਚ। ਅਗਲਾ ਵੱਡਾ ਮਸਲਾ ਜਿਹੜਾ ਅੱਜ ਵਿਚਾਰ ਹੋਇਆ ਹੈ, ਤੁਹਾਨੂੰ ਯਾਦ ਹੋਏਗਾ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਅਸੀਂ ਵੀ ਤਸਵੀਰਾਂ ਵਿਖਾ ਰਹੇ ਹਾਂ ਔਰ ਪੂਰੇ ਪੰਜਾਬ ਤੋਂ ਅਜਿਹੀਆਂ ਤਸਵੀਰਾਂ ਆ ਰਹੀਆਂ ਨੇ ਕਿ ਰੈਫਰੈਂਡਮ 2026 ਫॉर ਜਸਟਿਸ ਨੂੰ ਲੈ ਕੇ ਜੋ ਵੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਐਲਾਨ ਕੀਤੇ ਗਏ ਸੀ ਕਿ ਜੇ ਖਾਲਿਸਤਾਨ ਦਾ ਝੰਡਾ ਲਹਿਰਾਓਗੇ ਤਾਂ $2000 ਤੱਕ ਦੀ ਗੱਲ ਕਹੀ ਗਈ ਸੀ ਕਿ ਇਨਾਮ ਦਿੱਤਾ ਜਾਏਗਾ। ਉਸ ਨੂੰ ਲੈ ਕੇ ਕੁਝ ਥਾਵਾਂ ਤੇ ਮੋਗੇ ਵੀ ਘਟਨਾ ਹੋਈ, ਤਲਵੰਡੀ ਸਾਬੋ ਵੀ ਘਟਨਾ ਹੋਈ। ਉਸ ਨੂੰ ਲੈ ਕੇ ਜਥੇਦਾਰ ਸਾਹਿਬ ਨੇ ਬੜਾ ਕਲੀਅਰ ਕਰਤਾ ਅੱਜ ਦੀ ਮੀਟਿੰਗ ਦੇ ਵਿੱਚ ਕਿ ਪਿਛਲੇ ਦਿਨੀ ਗੁਰਦੁਆਰਾ ਸਾਹਿਬਾਨ ਵਿੱਚ ਅਰਦਾਸ ਕਰਨ ਵਾਲੇ ਕੁਝ ਸਿੱਖ ਨੌਜਵਾਨਾਂ ਨੂੰ ਸਰਕਾਰ ਵੱਲੋਂ ਗ੍ਰਿਫਤਾਰ ਕੀਤਾ ਗਿਆ, ਜੋ ਕਿ ਉਚਿਤ ਨਹੀਂ ਹੈ ਕਿਉਂਕਿ ਅਰਦਾਸ ਕਰਨਾ ਸਿੱਖਾਂ ਦਾ ਧਾਰਮਿਕ ਫਰਜ਼ ਹੈ। ਸਿੱਖ ਹਮੇਸ਼ਾ ਹੀ ਅਰਦਾਸ ਰਾਹੀਂ ਰਾਜ ਕਰੇਗਾ, ਖਾਲਸਾ ਦੇ ਸੰਕਲਪ ਨੂੰ ਦ੍ਰਿੜ ਕਰਦਾ ਹੈ। ਇਸ ਲਈ ਅਰਦਾਸ ਕਰਨਾ ਕੋਈ ਜੁਰਮ ਨਹੀਂ। ਪੈਸੇ ਦੇ ਲਾਲਚ ਵਿੱਚ ਕੀਤੀ ਜਾ ਰਹੀ ਅਰਦਾਸ ਸਿੱਖ ਪਰੰਪਰਾ ਦਾ ਅੰਗ ਨਹੀਂ ਹੈ। ਸਿੱਖ ਨੌਜਵਾਨ ਉਕਸਾਊ ਬਿਆਨਾਂ ਤੋਂ ਸੁਚੇਤ ਰਹਿਣ। ਅਰਦਾਸ ਕਰਨਾ ਇੱਕ ਪਰੰਪਰਾ ਹੈ, ਅਰਦਾਸ ਕਰਨਾ ਹੱਕ ਹੈ, ਸੋ ਗ੍ਰਿਫਤਾਰੀਆਂ ਨਾ ਹੋਣ। ਪਰ ਇਹ ਵੀ ਗੱਲ ਕਹੀ ਗਈ ਹੈ ਕਿ ਜੋ ਲੋਕ ਪੈਸਿਆਂ ਦੇ ਲਾਲਚ ਵਿੱਚ ਅਰਦਾਸ ਕਰ ਰਹੇ ਨੇ ਉਹ ਸਿੱਖ ਧਰਮ ਦਾ ਅੰਗ ਨਹੀਂ ਹੈ ਔਰ ਸਿੱਖ ਨੌਜਵਾਨ ਅਜਿਹੇ ਭੜਕਾਊ ਬਿਆਨਾਂ ਤੋਂ ਸੁਚੇਤ ਰਹਿਣ। ਸੋ ਅੱਜ ਦੀ ਮੀਟਿੰਗ ਦਾ ਲੱਭੋ ਲਬਾਬ ਔਰ ਵੀ ਕਈ ਮਸਲੇ ਜਿਨ੍ਹਾਂ ਤੇ ਵਿਚਾਰੇ ਗਏ, ਪਰ ਮੇਨ ਜਿਹੜੇ ਸਰੂਪ ਗੁੰਮ ਹੋਏ ਨੇ, ਜਿਹੜਾ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਮਸਲਾ, ਇਸ ਤੋਂ ਇਲਾਵਾ ਸੁੱਚਾ ਸਿੰਘ ਲੰਗਾ ਦਾ ਮਸਲਾ ਤੇ ਹੁਣ ਜਿਹੜੀ ਇੱਕ ਨਵੀਂ ਗੱਲ ਜਥੇਦਾਰ ਗਿਆਨੀ ਇਕਬਾਲ ਸਿੰਘ ਸਾਬਕਾ ਜਥੇਦਾਰ ਦਾ ਬਿਆਨ ਤੇ ਜੋ ਰੈਫਰੈਂਡਮ ਵਾਲਾ ਪੂਰਾ ਮਸਲਾ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਚੱਲ ਰਿਹਾ। ਬਿਲਕੁਲ, ਪਰ ਨਵਨੀਤ ਜੀ ਜੇ ਗੱਲ ਕੀਤੀ ਜਾਵੇ ਤਾਂ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਮਾਮਲਾ ਫਿਰ ਤੋਂ ਭਖਿਆ ਕਹਿ ਸਕਦੇ ਹਾਂ ਕਿ ਹੁਣ ਇੱਕ ਤਰ੍ਹਾਂ ਨਾਲ ਸਿੱਧਾ ਅਲਟੀਮੇਟਮ ਦਿੱਤਾ ਗਿਆ ਹੈ ਔਰ ਖਾਸ ਤੌਰ ਤੇ ਤੁਹਾਨੂੰ ਲੱਗਦਾ ਹੈ ਕਿ ਇਸ ਦੇ ਨਾਲ ਜੇ ਸਮਾਗਮ ਢੱਡਰੀਆਂ ਵਾਲੇ ਕਰਾਉਂਦੇ ਨੇ ਤਾਂ ਕਿਤੇ ਨਾ ਕਿਤੇ ਹਿੰਸਾ ਵੀ ਭੜਕ ਸਕਦੀ ਹੈ? ਦੇਖੋ ਅਜਿਹੇ ਸਮਾਗਮਾਂ ਨੂੰ ਲੈ ਕੇ ਨਾ ਪਹਿਲਾਂ ਵੀ ਕਈ ਸਵਾਲ ਉੱਠੇ ਨੇ ਔਰ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਵੀ ਜਿੱਥੇ ਵੀ ਸਮਾਗਮ ਦੀ ਗੱਲ ਹੁੰਦੀ ਹੈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਤੇ ਉੱਥੇ ਵਿਵਾਦ ਹੁੰਦਾ, ਹੰਗਾਮਾ ਹੁੰਦਾ। ਮਾਝੇ ਦੇ ਵਿੱਚ ਮੁਕੰਮਲ ਤੌਰ ਤੇ ਬੰਦ ਕੀਤੇ ਗਏ ਨੇ ਦਮਦਮੀ ਟਕਸਾਲ ਵੱਲੋਂ, ਇਸ ਕਰਕੇ ਉੱਥੇ ਪ੍ਰੋਗਰਾਮ ਉਲੀਕੇ ਵੀ ਨਹੀਂ ਜਾਂਦੇ। ਪਰ ਆਪ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਅੱਜ ਤੋਂ 4 ਮਹੀਨਾ 5-6 ਮਹੀਨਾ ਪਹਿਲਾਂ ਇੱਕ ਫੈਸਲਾ ਲਿਆ ਗਿਆ ਸੀ ਕਿ ਉਹ ਦੀਵਾਨ ਹੁਣ ਨਹੀਂ ਕਰਨਗੇ। ਸੋ ਉਸ ਤੋਂ ਬਾਅਦ ਉਹਨਾਂ ਵੱਲੋਂ ਵੀ ਜਿਹੜਾ ਫੈਸਲਾ ਲਿਆ ਗਿਆ ਕਿ ਦੀਵਾਨ ਨਹੀਂ ਕੀਤੇ ਜਾ ਰਹੇ। ਪਰ ਇੱਕ ਗੱਲ ਜਿਹੜੀ ਬੜੀ ਸਖਤ ਮੈਂ ਕਹਿ ਸਕਣਾ ਕਿ ਅੱਜ ਕਹੀ ਗਈ ਹੈ ਕਿ ਆ ਕੇ ਮਾਫੀ ਮੰਗਣ, ਨਹੀਂ ਤਾਂ ਅੱਗੇ ਹੋਰ ਸਖਤ ਕਾਰਵਾਈ ਕੀਤੀ ਜਾਏਗੀ। ਯਾਨੀ ਕਿ ਇਹ ਅਗਲੀ ਕਾਰਵਾਈ ਦਾ ਅਲਟੀਮੇਟਮ ਹੈ। ਹਾਲਾਂਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਆਪਣੀ ਗੱਲ ਤੇ ਅੜੇ ਹੋਏ ਨੇ ਕਿ ਮਾਫੀ ਨਹੀਂ ਮੰਗਣਗੇ, ਯਾਨੀ ਕਿ ਆਉਣ ਵਾਲੇ ਦਿਨਾਂ 'ਚ ਢੱਡਰੀਆਂ ਵਾਲੇ ਤੇ ਵੱਡੀ ਕਾਰਵਾਈ ਹੁੰਦੀ ਨਜ਼ਰ ਆਏਗੀ। ਠੀਕ ਹੈ ਨਵਨੀਤ ਜੀ, ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਦੇਣ ਦੇ ਲਈ।
ਸੋ ਲਗਾਤਾਰ ਅਸੀਂ ਬਣੇ ਔਰ ਖਾਸ ਤੌਰ ਤੇ ਜੇ ਗੱਲ ਕੀਤੀ ਜਾਵੇ ਤਾਂ ਹੁਣ ਸਿੱਧਾ ਅਲਟੀਮੇਟਮ ਜੋ ਹੈ ਉਹ ਦਿੱਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ। ਜੇ ਹੁਕਮ ਨਹੀਂ ਮੰਨੇ ਜਾਂਦੇ, ਮਾਫੀ ਨਹੀਂ ਮੰਗੀ ਜਾਂਦੀ ਤਾਂ ਕਾਰਵਾਈ ਵੀ ਹੋਏਗੀ। ਮਨਿੰਦਰ, ਜਿਸ ਹਿਸਾਬ ਦੇ ਨਾਲ ਕਹਿ ਸਕਦੇ ਹਾਂ ਕਿ ਸਿੱਧਾ ਕਿਹਾ ਗਿਆ ਕਿ ਮਾਫੀ ਮੰਗੀ ਜਾਵੇ, ਨਹੀਂ ਤਾਂ ਧਾਰਮਿਕ ਸਮਾਗਮ ਨਹੀਂ ਹੋਣਗੇ, ਸਭ ਤੋਂ ਪਹਿਲਾਂ ਕਿਸ ਤਰ੍ਹਾਂ ਦੇਖੋਗੇ? ਜਿਹੜਾ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਸ਼੍ਰੀ ਅਕਾਲ ਤਖਤ ਦੇ ਜਿਹੜੇ 5 ਹੈਗੇ ਜਹੇਦਾਰ ਹੈਗੇ ਨੇ, ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਜੇ ਮਾਫੀ ਨਹੀਂ ਮੰਗੀ ਜਾਂਦੀ, ਕਿਉਂਕਿ ਅੱਗੇ ਵੀ ਇਹਦਾ ਵਗਾ ਕਾਫੀ ਉੱਡ ਰਿਹਾ ਸੀ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ, ਜੇ ਮਾਫੀ ਨਹੀਂ ਮੰਗੀ ਜਾਂਦੀ ਤੇ ਇਹਦੇ ਸਮਾਗਮ ਨਹੀਂ ਹੋਣਗੇ। ਦੇਸ਼ ਵਿਦੇਸ਼ਾਂ ਦੇ ਵਿੱਚ ਸੰਗਤਾਂ ਨੂੰ ਕਿਹਾ ਗਿਆ, ਇੱਕੋ ਅਪੀਲ ਕੀਤੀ ਗਈ ਆ ਤੇ ਇਹਦੀ ਵੀਡੀਓ ਵਗੈਰਾ ਜਾਂ ਕੋਈ ਹੋਰ ਸਮਾਗਮ ਦੇ ਵਿੱਚ ਪੇਸ਼ ਨਹੀਂ ਹੋਊਗਾ। ਤੇ ਜੇ ਉੱਥੇ ਸਮਾਗਮ ਹੁੰਦਾ, ਜੇ ਕੋਈ ਹਿਲਚਲ ਹੁੰਦੀ ਆ ਤੇ ਉਹਦੀ ਜ਼ਿੰਮੇਵਾਰੀ ਇਹ ਹੋਊਗਾ। ਤੇ ਸੁੱਚਾ ਸਿੰਘ ਲੰਗਾਹ ਨੂੰ ਵੀ ਮਾਫੀਨਾਮਾ ਨਹੀਂ ਦਿੱਤਾ ਜਾਵੇਗਾ। ਇਹਦੇ ਵਿੱਚ ਹੋਰ ਵੀ ਜਿਹੜੇ ਛੋਟੇ ਜਿਹੜੇ ਹੈਗੇ ਸੀ ਸਰੂਪਾਂ ਨੂੰ ਲੈ ਕੇ, 267 ਸਰੂਪਾਂ ਨੂੰ ਲੈ ਕੇ ਜਾਂ ਹੋਰ ਬੇਅਦਬੀਆਂ ਨੂੰ ਲੈ ਕੇ, ਅੱਜ ਉਹ ਸਾਰੇ ਜਨਤ ਕੀਤੇ ਗਏ। ਮੀਡੀਆ ਨੇ ਪ੍ਰੈਸ ਨੋਟ ਜਾਰੀ ਕਰਕੇ ਅਸੀਂ ਗੱਲਬਾਤ ਵੀ ਕਰਾਂਗੇ। ਸ਼੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਹਜੇ ਹੋਰ ਜਿਹੜੇ 5 ਜਥੇਦਾਰ, ਉਹਨਾਂ ਦੀ ਮੀਟਿੰਗ ਚੱਲਦੀ ਪਈ ਆ। ਜਦੋਂ ਬਾਹਰ ਨਿਕਲਦੇ ਉਹਨਾਂ ਦੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਹੋਰ ਕਿਹੜੇ ਅਹਿਮ ਫੈਸਲੇ ਜਿਹੜੇ ਨੇ ਉਹਨਾਂ ਨੇ ਫੈਸਲੇ ਲਿੱਤੇ ਆ। ਸ਼ੁਕਰੀਆ ਮਨਜਿੰਦਰ, ਬਹੁਤ ਤਮਾਮ ਜਾਣਕਾਰੀ ਦੇਣ ਲਈ। ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਹੋ ਚੁੱਕੇ ਨੇ। ਵੱਡੀ ਖਬਰ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਔਰ ਖਾਸ ਤੌਰ ਤੇ ਦੱਸਦੀ ਕਿ ਢੱਡਰੀਆਂ ਵਾਲੇ ਨੂੰ ਲੈ ਕੇ ਹੁਕਮ ਜਾਰੀ ਹੋਏ ਨੇ। ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਏ ਮਤੇ ਅਨੁਸਾਰ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਪਬਲਿਕੇਸ਼ਨ ਵਿਭਾਗ ਦੇ ਵਿੱਚ 267 ਸਰੂਪ ਸਟਾਕ ਦੇ ਵਿੱਚੋਂ ਘੱਟ ਹੋਣ ਸੰਬੰਧੀ ਸ਼ਿਕਾਇਤ ਦੀ ਪੜਤਾਲ ਲਈ ਇੱਕ ਪੜਤਾਲੀਆ ਕਮਿਸ਼ਨ ਬਣਾਇਆ ਗਿਆ ਸੀ। ਉਹਦੀ ਰਿਪੋਰਟ ਆਈ ਹੈ ਤੇ ਰਿਪੋਰਟ ਵਿੱਚ ਲਿਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਟੋਰ ਲੈਜ਼ਰ ਦੇ ਵਿੱਚ ਠੀਕ ਢੰਗ ਦੇ ਨਾਲ ਮੇਨਟੇਨ ਨਹੀਂ ਕੀਤੇ ਗਏ ਸਨ। ਓਪਨ ਅਤੇ ਕਲੋਜ਼ਿੰਗ ਲੈਜ਼ਰ ਵਾਰ-ਵਾਰ ਕਟਿੰਗ ਅਤੇ ਛੇੜਛਾੜ ਕੀਤੀ ਗਈ। ਸਾਲ 2013-14 ਅਤੇ 14-15 ਦੀਆਂ ਲੈਜ਼ਰਾਂ ਨੂੰ ਚੈੱਕ ਕਰਨ ਤੇ ਪਾਇਆ ਤੇ ਪ੍ਰੈਸ ਤੇ ਪਬਲਿਕੇਸ਼ਨ ਵਿਭਾਗ ਦੀਆਂ ਲੈਜ਼ਰਾਂ ਵਿੱਚ 18/8/2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਸਰੂਪ ਨਹੀਂ ਸਗੋਂ 328 ਪਾਵਨ ਸਰੂਪ ਜਿਹੜੇ ਸਨ ਉਹ ਘੱਟ ਸਨ। ਇਸ ਤੋਂ ਇਲਾਵਾ ਪਬਲਿਕੇਸ਼ਨ ਵਿਭਾਗ ਵੱਲੋਂ ਜਾਰੀ ਕੀਤੇ ਵੇਸਟਿੰਗ ਅੰਗਾਂ ਲਈ ਦਿੱਤੇ ਵਾਧੀ ਅੰਗਾਂ ਤੋਂ ਅਣਅਧਿਕਾਰਤ ਤਰੀਕੇ ਦੇ ਨਾਲ ਕੁਝ ਪਾਵਨ ਸਰੂਪ ਤਿਆਰ ਕਰਵਾ ਕੇ ਬਿਨਾਂ ਬਿੱਲ ਕੱਟਿਆਂ ਸੰਗਤਾਂ ਨੂੰ ਦਿੱਤੇ ਗਏ। ਇੱਕ ਵਾਰ 61 ਸਰੂਪ ਤਿਆਰ ਕਰਵਾਏ ਗਏ ਤੇ ਇੱਕ ਵਾਰ 125 ਪਾਵਨ ਸਰੂਪ ਅਣਅਧਿਕਾਰਤ ਤੌਰ ਤੇ ਵਧੇਰੇ ਅੰਗਾਂ ਤੋਂ ਤਿਆਰ ਜਿਹੜੇ ਆ ਉਹ ਕਰਵਾਏ ਗਏ। ਮਿਤੀ 28/8/2015 ਤੋਂ 31/5/2020 ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਚੈਕਿੰਗ ਅਨੁਸਾਰ ਮੌਜੂਦਾ ਸਮੇਂ ਵਿੱਚ ਸਟੋਰ ਲੈਜ਼ਰ ਦੇ ਵਿੱਚੋਂ 267 ਸਰੂਪ ਘੱਟ ਸਨ। ਇਸ ਸਮੇਂ ਦੌਰਾਨ ਬਿੱਲਾਂ ਦੇ ਟੁੱਚਾਂ ਵਿੱਚ ਵੀ ਕਾਫੀ ਅੰਤਰ ਪਾਇਆ ਗਿਆ ਹੈ। ਲੈਜ਼ਰਾਂ ਦੇ ਨਾਲ ਛੇੜਛਾੜ ਦੇ ਮਾਮਲੇ ਵੀ ਸਾਹਮਣੇ ਆਏ ਹੈ ਔਰ ਸਭ ਤੋਂ ਵੱਡੀ ਗੱਲ ਕਿ 2016 ਤੋਂ ਹੁਣ ਤੱਕ ਆਡਿਟ ਜਿਹੜਾ ਉਹ ਨਹੀਂ ਕਰਵਾਇਆ ਗਿਆ। ਇਸ ਤਰ੍ਹਾਂ ਇਹ ਬਹੁਤ ਵੱਡੀ ਬੇਈਮਾਨੀ ਤੇ ਅਣਗਹਿਲੀ ਜਿਹੜੀ ਹੈ ਉਹ ਸਾਬਤ ਹੋਈ ਹੈ। ਪੰਥ ਸਿੰਘ ਸਾਹਿਬਾਨ ਵੱਲੋਂ ਇਸ ਰਿਪੋਰਟ ਨੂੰ ਵਿਚਾਰਨ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦਿੱਤਾ ਹੈ ਕਿ ਇੱਕ ਹਫ਼ਤੇ ਦੇ ਅੰਦਰ ਸ਼ਾਰਟ ਨੋਟਿਸ ਤੇ ਅੰਤਰਿਮ ਕਮੇਟੀ ਦੀ ਮੀਟਿੰਗ ਬੁਲਾ ਕੇ ਰਿਪੋਰਟ ਵਿੱਚ ਦੋਸ਼ੀ ਪਾਏ ਗਏ ਕਰਮਚਾਰੀਆਂ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਜਿਹੜੀ ਹੈ ਸਖਤ ਤੋਂ ਸਖਤ ਕੀਤੀ ਜਾਏ। ਇਸੇ ਤਰ੍ਹਾਂ ਹੀ ਮਿਤੀ 19/5/2016 ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋਣ ਤੇ 2016 ਦੀ ਸਮੁੱਚੀ ਅੰਤਰਿਮ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਸ ਵੇਲੇ ਦੇ ਚੀਫ ਸਕੱਤਰ ਨੇ ਕੋਈ ਪਛਤਾਤਾਪ ਜਿਹੜਾ ਉਹ ਨਹੀਂ ਕੀਤਾ। ਇਸ ਲਈ ਸਮੁੱਚੀ ਅੰਤਰਿਮ ਕਮੇਟੀ ਅਤੇ ਚੀਫ ਸਕੱਤਰ ਪੰਜ ਸਿੰਘ ਸਾਹਿਬਾਨ ਦੀ ਅਗਲੀ ਇਕੱਤਰਤਾ ਵਿੱਚ 18 ਸਤੰਬਰ ਨੂੰ ਸਵੇਰੇ 10 ਵਜੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਿਹੜਾ ਹੈ ਉਹ ਨਿੱਜੀ ਤੌਰ ਦੇ ਉੱਤੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਬੋਲੇ ਕਥਨਾਂ ਦੇ ਸਬੰਧ ਵਿੱਚ ਪੜਤਾਲ ਲਈ ਬਣਾਈ ਵਿਦਵਾਨਾਂ ਦੀ ਸਬ ਕਮੇਟੀ ਦੀ ਰਿਪੋਰਟ ਪੁੱਜੀ ਹੈ, ਜਿਸ ਤੋਂ ਸਾਬਤ ਹੋਇਆ ਕਿ ਇਸ ਨੇ ਗੁਰਮਤ ਪ੍ਰਤੀ ਕੁਝ ਗਲਤ ਬਿਆਨੀਆਂ ਕੀਤੀਆਂ ਹਨ ਅਤੇ ਇਹਨਾਂ ਕਥਨਾਂ ਸੰਬੰਧੀ ਸਪਸ਼ਟੀਕਰਨ ਦੇਣ ਤੋਂ ਵੀ ਇਨਕਾਰੀ ਹੋਇਆ ਹੈ। ਇਸ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਕਿ ਗੁਰੂ ਗ੍ਰੰਥ ਗੁਰੂ ਪੰਥ ਨੂੰ ਸਮਰਪਿਤ ਤੇ ਪਰੰਪਰਾਵਾਂ ਦੀ ਰਾਖੀ ਲਈ ਵਚਨਬੱਧ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਸੰਸਥਾਵਾਂ ਤੇ ਗੁਰਦੁਆਰਾ ਪ੍ਰਬੰਧਕਾਂ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਜਿੰਨਾ ਚਿਰ ਸ੍ਰੀ ਅਕਾਲ ਤਖਤ ਸਾਹਿਬ ਤੇ ਆਪਣੀਆਂ ਗਲਤੀ ਬਿਆਨੀਆਂ ਲਈ ਪੇਸ਼ ਹੋ ਕੇ ਮਾਫੀ ਨਹੀਂ ਮੰਗਦਾ, ਉਹਨਾਂ ਚਿਰ ਇਸ ਦੇ ਸਮਾਗਮ ਜਿਹੜੇ ਆ ਉਹ ਗੁਰਦੁਆਰੇ ਸਾਹਿਬਾਨ ਦੇ ਵਿੱਚ ਨਾ ਕਰਵਾਏ ਜਾਣ। ਜੇਕਰ ਕੋਈ ਸਮਾਗਮ ਕਰਾਉਂਦਾ ਹੈ ਤਾਂ ਉਹ ਅਣਸੁਖਾਵੀਂ ਘਟਨਾ ਲਈ ਖੁਦ ਜ਼ਿੰਮੇਵਾਰ ਹੋਵੇਗਾ।
ਨਾ ਇਸ ਨੂੰ ਸੁਣਿਆ ਜਾਵੇ ਤੇ ਨਾ ਹੀ ਇਸ ਦੀਆਂ ਵੀਡੀਓ ਆਦਿ ਅੱਗੇ ਸ਼ੇਅਰ ਕੀਤੀਆਂ ਜਾਣ। ਜੇ ਅਜੇ ਵੀ ਬਾਜ਼ ਨਾ ਆਇਆ ਤਾਂ ਇਸ ਤੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਉਹ ਕੀਤੀ ਜਾਏਗੀ। ਇਸੇ ਤਰ੍ਹਾਂ ਹਰਿੰਦਰ ਸਿੰਘ ਨਰਵੈਰ ਖਾਲਸਾ ਯੂਕੇ ਦੇ ਖਿਲਾਫ ਪਿਛਲੇ ਸਮੇਂ ਸੰਗਤਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਦੇ ਸੰਬੰਧ ਵਿੱਚ ਸ਼ਿਕਾਇਤਾਂ ਪੁੱਜੀਆਂ ਸਨ, ਜਿਸ ਦੀ ਇਸ ਨੂੰ ਪੱਤਰਕਾਰ ਨੰਬਰ ਆੜਾ ਤੱਤਾ 19377 ਮਿਤੀ 6/1/2020 ਰਾਹੀਂ 15 ਦਿਨ ਦੇ ਅੰਦਰ ਅੰਦਰ ਸਪਸ਼ਟੀਕਰਨ ਮੰਗਿਆ ਸੀ। ਇਸ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਹੀਂ ਭੇਜਿਆ। ਇਸ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਪੰਥ ਨੂੰ ਸਮਰਪਿਤ ਤੇ ਪਰੰਪਰਾਵਾਂ ਦੀ ਰਾਖੀ ਲਈ ਵਚਨਬੱਧ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ, ਸੰਸਥਾਵਾਂ ਤੇ ਪ੍ਰਬੰਧਕਾਂ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਜਿੰਨਾ ਚਿਰ ਇਹ ਆਪਣੀ ਗਲਤੀ ਬਿਆਨੀਆਂ ਲਈ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਮਾਫੀ ਨਹੀਂ ਮੰਗਦਾ, ਉਹਨਾਂ ਚਿਰ ਇਸ ਦੇ ਸਮਾਗਮ ਵੀ ਜਿਹੜੇ ਉਹ ਨਾ ਕਰਵਾਏ ਜਾਣ। ਸੰਗਤਾਂ ਵੱਲੋਂ ਪੁੱਜੀਆਂ ਸ਼ਿਕਾਇਤਾਂ ਸਨ ਕਿ ਰਬਦਮਨ ਸਿੰਘ ਮਲਕ ਅਤੇ ਬਲਵੰਤ ਸਿੰਘ ਪੰਧੇਰ ਨੇ ਸਰੀ BC ਕੈਨੇਡਾ ਵਿਖੇ ਆਪਣੀ ਨਿੱਜੀ ਸੰਸਥਾ ਸਤਨਾਮ ਰਿਲੀਜੀਅਸ ਸੁਸਾਇਟੀ ਬਣਾ ਕੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮਿਤੀ 9/5/1998 ਨੂੰ ਹੋਏ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ, ਜਿਸ ਵਿੱਚ ਸਪਸ਼ਟ ਲਿਖਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਹੋਰ ਕੋਈ ਨਹੀਂ ਕਰ ਸਕਦਾ। ਇਹਨਾਂ ਨੇ ਬਿਨਾਂ ਆਗਿਆ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਛਪਾਈ ਕੀਤੀ ਹੈ, ਜਿਸ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਕਿ ਕੈਨੇਡਾ ਨਿਵਾਸੀ ਰਬਦਮਨ ਸਿੰਘ ਮਲਕ, ਬਲਵੰਤ ਸਿੰਘ ਪੰਧੇਰ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਇਸ ਸੰਬੰਧੀ ਆਪਣਾ ਸਪਸ਼ਟੀਕਰਨ 1 ਮਹੀਨੇ ਦੇ ਅੰਦਰ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਭੇਜਣ। ਇਸ ਤੋਂ ਇਲਾਵਾ ਇਹ ਵੀ ਆਦੇਸ਼ ਕੀਤਾ ਜਾਂਦਾ ਹੈ ਕਿ ਇਹਨਾਂ ਵੱਲੋਂ ਹੁਣ ਤੱਕ ਤਿਆਰ ਕੀਤੇ ਪਾਵਨ ਸਰੂਪ ਸਮੇਤ ਛਾਪਾਖਾਨਾ ਮਸ਼ੀਨਰੀ ਸਿੱਖ ਸੰਗਤਾਂ ਦੀ ਭਾਵਨਾਵਾਂ ਅਨੁਸਾਰ ਗੁਰਦੁਆਰਾ ਗੁਰੂ ਨਾਨਕ ਸਿੱਖ ਸੁਸਾਇਟੀ ਡੈਲਟਾ ਸਰੀ BC ਕੈਨੇਡਾ ਵਿਖੇ ਮੋਤਬਰ ਸਿੱਖਾਂ ਦੀ ਹਾਜ਼ਰੀ ਵਿੱਚ ਸਭਾਈਮਾਨ ਕੀਤੇ ਜਾਣ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਵੀ ਆਦੇਸ਼ ਕੀਤਾ ਕਿ ਇਹਨਾਂ ਵੱਲੋਂ ਤਿਆਰ ਕੀਤੇ ਪਾਵਨ ਸਰੂਪਾਂ ਦੀ ਸੂਝਵਾਨ ਗ੍ਰੰਥੀ ਸਿੰਘਾਂ ਪਾਸੋਂ ਦਰਸ਼ਨ ਵਿਚਾਰ ਕਰਕੇ ਅੱਖਰਾਂ ਤਤਕਰੇ ਤੋਂ ਲੈ ਕੇ ਰਾਗਮਾਲਾ ਤੀਕ ਬਾਅਦ ਘਾਟ ਹੋਣ ਜਾਂ ਨਾ ਹੋਣ ਬਾਰੇ ਮਿਲਾਨ ਕਰਵਾ ਕੇ ਰਿਪੋਰਟ 6 ਮਹੀਨੇ ਦੇ ਅੰਦਰ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਭੇਜੀ ਜਾਵੇ। ਪਿਛਲੇ ਦਿਨੀ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਪਾਸੋਂ ਊੜਾ ਫਾਰਮ ਸੰਬੰਧੀ ਅਮਰ ਛਕੇ ਜਾਂ ਨਾ ਛਕੇ ਹੋਣ ਸੰਬੰਧੀ ਜਾਣਕਾਰੀ ਮੰਗੀ ਗਈ ਸੀ। ਬਾਰ-ਬਾਰ ਪੱਤਰਕਾਵਾਂ ਭੇਜਣ ਤੇ ਵੀ ਇਹਨਾਂ ਵੱਲੋਂ ਜਾਣਕਾਰੀ ਨਹੀਂ ਭੇਜੀ ਗਈ। ਇਸ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਕਿ ਪ੍ਰਧਾਨ ਚੀਫ ਖਾਲਸਾ ਦੀਵਾਨ ਅਤੇ ਅਹੁਦੇਦਾਰ ਸੰਬੰਧਿਤ ਜਾਣਕਾਰੀ ਲੈ ਕੇ ਖੁਦ ਮਿਤੀ 18/9/2020 ਦਿਨ ਸ਼ੁੱਕਰਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ 10 ਵਜੇ ਹਾਜ਼ਰ ਹੋਣ। ਬਾਬਾ ਸ਼ਮਸ਼ੇਰ ਸਿੰਘ ਜਗਨਨਾਥਪੁਰੀ ਉੜੀਸਾ ਵਿਖੇ ਗੁਰਦੁਆਰਾ ਸਾਹਿਬ ਬਣਾਇਆ, ਜਿਸ ਦਾ ਨਾਮ ਆਰਤੀ ਸਾਹਿਬ ਰੱਖਿਆ ਹੈ, ਜਦਕਿ ਇਹ ਉਹ ਸਥਾਨ ਨਹੀਂ ਜਿੱਥੇ ਗੁਰੂ ਨਾਨਕ ਸਾਹਿਬ ਨੇ ਆਰਤੀ ਉਚਾਰੀ ਸੀ। ਪਹਿਲਾਂ ਵੀ ਸ੍ਰੀ ਅਕਾਲ ਤਖਤ ਸਾਹਿਬ ਅਤੇ ਤਖ਼ਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵੱਲੋਂ ਜ਼ਬਾਨੀ ਆਦੇਸ਼ ਕੀਤਾ ਗਿਆ ਸੀ ਕਿ ਇਸ ਗੁਰਦੁਆਰਾ ਸਾਹਿਬ ਦਾ ਨਾਮ ਤਬਦੀਲ ਕੀਤਾ ਜਾਵੇ, ਪਰੰਤੂ ਇਸ ਨੇ ਕੋਈ ਅਮਲ ਨਹੀਂ ਕੀਤਾ। ਇਸ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਕਿ ਬਾਬਾ ਸ਼ਮਸ਼ੇਰ ਸਿੰਘ 1 ਮਹੀਨੇ ਦੇ ਅੰਦਰ ਅੰਦਰ ਗੁਰਦੁਆਰਾ ਸਾਹਿਬ ਦਾ ਨਾਮ ਤਬਦੀਲ ਕਰਕੇ ਜਾਣਕਾਰੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਭੇਜੇ, ਨਹੀਂ ਤਾਂ ਅਗਲੀ ਇਕੱਤਰਤਾ ਵਿੱਚ ਗੁਰਮਤਿ ਅਨੁਸਾਰ ਬਾਬਾ ਸ਼ਮਸ਼ੇਰ ਸਿੰਘ ਪਰ ਸਖਤ ਕਾਰਵਾਈ ਕੀਤੀ ਜਾਏਗੀ। ਸੁੱਚਾ ਸਿੰਘ ਲਗਾਹ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੋਈ ਮਾਫੀ ਨਹੀਂ ਹੈ, ਇਸ ਲਈ ਸੰਗਤਾਂ ਇਸ ਨਾਲ ਮਿਲਵਰਤਨ ਜਿਹੜਾ ਹੈ ਉਹ ਬਿਲਕੁਲ ਨਾ ਰੱਖਣ। ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਅਯੁੱਧਿਆ ਵਿਖੇ ਇੱਕ ਸਮਾਗਮ ਵਿੱਚ ਦਿੱਤੇ ਬਿਆਨ ਦੇ ਨਾਲ ਸਾਡੀ ਜਿਹੜੀ ਹੈ ਪੰਜੇ ਸਿੰਘ ਸਾਹਿਬਾਨਾਂ ਦੀ ਅਸਹਿਮਤੀ ਹੈ ਔਰ ਸਿੱਖ ਇੱਕ ਵੱਖਰੀ ਕੌਮ ਹੈ। ਅਸੀਂ ਸਾਰੀ ਦੁਨੀਆ ਨੂੰ, ਸਾਰੇ ਸੰਸਾਰ ਨੂੰ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਸਿੱਖ ਇੱਕ ਵੱਖਰੀ ਕੌਮ ਸੀ, ਵੱਖਰੀ ਕੌਮ ਹੈ ਅਤੇ ਵੱਖਰੀ ਕੌਮ ਰਹੇਗੀ। ਇਸ ਲਈ ਸਿੱਖਾਂ ਨੂੰ ਕਿਸੇ ਕੋਲੋਂ ਸਪਸ਼ਟੀਕਰਨ ਜਾਂ ਸਰਟੀਫਿਕੇਟ ਲੈਣ ਦੀ ਜਿਹੜੀ ਹੈ ਕੋਈ ਲੋੜ ਨਹੀਂ ਹੈ। ਪਿਛਲੇ ਦਿਨੀ ਗੁਰਦੁਆਰਾ ਸਾਹਿਬਾਨ ਵਿੱਚ ਅਰਦਾਸ ਕਰਨ ਵਾਲੇ ਕੁਝ ਸਿੱਖ ਨੌਜਵਾਨਾਂ ਨੂੰ ਸਰਕਾਰ ਵੱਲੋਂ ਗ੍ਰਿਫਤਾਰ ਕੀਤਾ ਗਿਆ, ਜੋ ਕਿ ਉਚਿਤ ਨਹੀਂ ਹੈ, ਕਿਉਂਕਿ ਅਰਦਾਸ ਕਰਨਾ ਸਿੱਖਾਂ ਦਾ ਧਾਰਮਿਕ ਫਰਜ਼ ਹੈ। ਸਿੱਖ ਹਮੇਸ਼ਾ ਹੀ ਅਰਦਾਸ ਰਾਹੀਂ ਰਾਜ ਕਰੇਗਾ ਖਾਲਸਾ ਦੇ ਸੰਕਲਪ ਨੂੰ ਦ੍ਰਿੜ ਕਰਦੇ ਹਨ। ਇਸ ਲਈ ਅਰਦਾਸ ਕਰਨਾ ਕੋਈ ਜੁਰਮ ਨਹੀਂ, ਪਰ ਪੈਸੇ ਦੇ ਲਾਲਚ ਵਿੱਚ ਕੀਤੀ ਜਾਂ ਕਰਵਾਈ ਅਰਦਾਸ ਸਿੱਖ ਧਰਮ ਦਾ ਅੰਗ ਨਹੀਂ ਹੈ। ਸਿੱਖ ਨੌਜਵਾਨਾਂ ਨੂੰ ਉਕਸਾਊ ਬਿਆਨਾਂ ਤੋਂ ਸੁਚੇਤ ਹੋਣ ਦੀ ਅੱਜ ਬਹੁਤ ਵੱਡੀ ਲੋੜ ਹੈ। ਵਾਹਿਗੁਰੂ ਜੀ ਕਾ ਖਾਲਸਾ। जब तक माफी नहीं मंगी जाती तो समागम नहीं होंगे, सीधा सीधा कह दिता गया। और गुम हुए स्वरूपों को लैके भी चर्चा हुई है, इस ते भी कार्रवाई जो है वो होएगी। और नाल ही सुच्चा सिंह लंघा के मामले दे विच भी कहा कि कोई माफ़ी नहीं, सुच्चा सिंह लंघा का गुनाह बख्शणयोग नहीं है। सो ढड्डरियां वाले नूं लैके खास तौर पर हुक्म जारी होया है कि बकायदा श्री अकाल तख्त साहब आके माफ़ी मंगी जाए। जदों तक माफ़ी नहीं मंगते, बयानबाजियां नूं लैके उन्हां दी माफ़ी की गल आखी जा रही है। सो जदों तक माफ़ी नहीं मंगी जाती तो कोई धार्मिक समागम नहीं होंगे। सो पंज सिंह साहबाना की मीटिंग दे विच काफ़ी मुद्दों नूं लैके अहम चर्चा हुई। श्री अकाल तख्त साहब दे विच हुक्म भी जारी किए गए हैं कि श्री अकाल तख्त साहब आके पेश होके ढड्डरियां वाला माफ़ी मंगे। उस तो बाद ही
ਉਹ ਧਾਰਮਿਕ ਸਮਾਗਮ ਚੋਣੇ ਕਰ ਸਕਦੇ ਨੇ, ਨਹੀਂ ਤਾਂ ਧਾਰਮਿਕ ਸਮਾਗਮ ਬਿਲਕੁਲ ਨਹੀਂ ਹੋਣਗੇ। ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਹੋਏ ਨੇ, ਖਾਸ ਤੌਰ ਤੇ ਢੱਡਰੀਆਂ ਵਾਲੇ ਨੂੰ ਪੇਸ਼ ਹੋਣ ਦੇ ਹੁਕਮ ਨੇ ਕਿ ਪੇਸ਼ ਹੋਇਆ ਜਾਵੇ, ਉਸ ਤੋਂ ਬਾਅਦ ਹੀ ਮਾਫੀ ਮੰਗੀ ਜਾਵੇ। ਜੇਕਰ ਢੱਡਰੀਆਂ ਵਾਲੇ ਮਾਫੀ ਨਹੀਂ ਮੰਗਦੇ ਤਾਂ ਬਕਾਇਦਾ ਉਹਨਾਂ ਦੇ ਧਾਰਮਿਕ ਸਮਾਗਮ ਨਹੀਂ ਹੋਣਗੇ, ਕੋਈ ਧਾਰਮਿਕ ਸਮਾਗਮ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਸੋ ਸਿੱਧਾ ਕਹਿ ਦਿੱਤਾ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਢੱਡਰੀਆਂ ਵਾਲਾ, ਉਸ ਤੋਂ ਬਾਅਦ ਹੀ ਸੋਚਿਆ ਜਾਏਗਾ, ਨਹੀਂ ਤਾਂ ਪੇਸ਼ ਹੋ ਕੇ ਮਾਫੀ ਜਦ ਤੱਕ ਢੱਡਰੀਆਂ ਵਾਲਾ ਨਹੀਂ ਮੰਗਦੇ ਉਦੋਂ ਤੱਕ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮਾਫੀ ਨਹੀਂ ਦਿੱਤੀ ਜਾਂਦੀ।